ਹਰੀਪੁਰ ਦਾ ਰਾਜਾ ਅਤੇ ਉਸ ਦੀ ਮਹਾਰਾਣੀ ਅਤੇ ਸੈਨਾ ਸਾਰੇ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਨਗਰੀ ਚੱਲ ਕੇ ਆਏ। ਸ੍ਰੀ ਗੁਰੂ ਅਮਰਦਾਸ ਜੀ ਨੇ ਕਿਰਪਾ ਕਰਕੇ ਕਿਹਾ, ਪਹਿਲਾਂ ਲੰਗਰ ਵਿੱਚ ਸਾਰੇ ਭੋਜਨ ਛਕਣ, ਜਿੰਨੇ ਵੀ ਰਾਜੇ ਦੇ ਸੰਗੀ ਮਨੁੱਖ ਹਨ ਉਹ ਸਾਰੇ ਨਾਲ ਲੈ ਆਉਣ, ਪਰ ਇਸਤਰੀ ਕੋਈ ਨਾ ਆਵੇ। ਇਹ ਸੁਣ ਕੇ ਭਾਈ ਸਾਵਨ ਮੱਲ ਨੇ ਫਿਰ ਬੇਨਤੀ ਕੀਤੀ, ਹੇ ਸੁੱਖਾਂ ਦੇ ਦਾਤੇ ਗੁਰੂ ਜੀ ਮਹਾਰਾਜ, ਇਹ ਸਾਰੀਆਂ ਇਸਤਰੀਆਂ ਚਿੱਤ ਵਿੱਚ ਬਹੁਤ ਆਸ ਅਤੇ ਪ੍ਰੇਮ ਧਾਰਨ ਕਰਕੇ ਇਕੱਠੀਆਂ ਹੋ ਕੇ ਰਾਜੇ ਨਾਲ ਆਈਆਂ ਹਨ। ਉਹਨਾਂ ਦੀ ਵੀ ਅਭਿਲਾਸ਼ਾ ਪੂਰੀ ਕਰੋ। ਉਹ ਬਹੁਤ ਦੂਰ ਤੋਂ ਚੱਲ ਕੇ ਆਈਆਂ ਹਨ। ਦਰਸ਼ਨ ਬਗੈਰ ਬਹੁਤ ਨਿਰਾਸ਼ ਹੋ ਕੇ ਜਾਣਗੀਆਂ ਅਤੇ ਦੁੱਖ ਨਾਲ ਝੂਰਨਗੀਆਂ। ਦਇਆ ਕਰਨ ਵਾਸਤੇ ਆਪਣਾ ਧਰਮ ਸੰਭਾਲੋ ਤੇ ਸਾਰਿਆਂ ਨੂੰ ਦਰਸ਼ਨ ਦਿਓ। ਸਾਰੀਆਂ ਇਸਤਰੀਆਂ ਨੇ ਬਹੁਤ ਸ਼ਰਧਾ ਧਾਰਨ ਕੀਤੀ ਹੋਈ ਹੈ। ਹੇ ਗੁਰੂ ਜੀ, ਉਹਨਾਂ ਨੂੰ ਵੀ ਬੁਲਾ ਲਓ। ਤਦ ਸਤਿਗੁਰੂ ਜੀ ਨੇ ਇਸ ਤਰ੍ਹਾਂ ਆਗਿਆ ਕੀਤੀ, ਜਿੰਨੀਆਂ ਵੀ ਰਾਜੇ ਦੀਆਂ ਰਾਣੀਆਂ ਅਤੇ ਦਾਸੀਆਂ ਆਦਿ ਹਨ, ਜਾਂ ਹੋਰ ਜਿਹੜੀਆਂ ਇਸਤਰੀਆਂ ਹਨ ਜਿਨ੍ਹਾਂ ਨੇ ਰੰਗਦਾਰ ਦੁਪੱਟੇ ਲਏ ਹਨ, ਸਭ ਨੂੰ ਕਹੋ ਕਿ ਚਿੱਟੀ ਪੋਸ਼ਾਕ ਪਹਿਨ ਕੇ ਆਉਣ ਅਤੇ ਕੋਈ ਵੀ ਇਸਤਰੀ ਘੁੰਡ ਨਾ ਕੱਢੇ, ਭਾਵ ਆਪਣਾ ਮੂੰਹ ਨਾ ਢਕੇ। ਇਸ ਤਰ੍ਹਾਂ ਦੀਆਂ ਬਣ ਕੇ ਸਾਰੀਆਂ ਦਰਸ਼ਨ ਕਰ ਕਰ ਚਲੀਆਂ ਜਾਣ। ਲੰਗਰ ਵਿੱਚ ਭੋਜਨ ਕਿਸੇ ਸ਼ੰਕੇ ਤੋਂ ਬਗੈਰ ਛਕਣ, ਦਰਸ਼ਨ ਕਰਨ, ਪਰ ਕਿਸੇ ਪ੍ਰਕਾਰ ਦੀ ਸ਼ਰਮ ਅਨੁਭਵ ਨਾ ਕਰਨ। ਇਸ ਤਰ੍ਹਾਂ ਆ ਕੇ ਦਰਸ਼ਨ ਕਰਨ ਜੇ ਉਹਨਾਂ ਦੇ ਮਨ ਵਿੱਚ ਦਰਸ਼ਨਾਂ ਦੀ ਬਹੁਤ ਚਾਹਤ ਹੈ। ਇਹ ਸੁਣ ਕੇ ਭਾਈ ਸਾਵਨ ਮੱਲ ਉੱਥੋਂ ਚਲਾ ਗਿਆ ਅਤੇ ਗੁਰੂ ਜੀ ਦੇ ਹੁਕਮ ਨੂੰ ਉਹਨਾਂ ਨੂੰ ਜਾ ਕੇ ਸੁਣਾਇਆ। ਮੈਂ ਬਹੁਤ ਤਰ੍ਹਾਂ ਕਿਹਾ ਹੈ, ਗੁਰੂ ਜੀ ਇਸਤਰੀਆਂ ਨੂੰ ਦਰਸ਼ਨ ਦੇਣਾ ਮੰਨਦੇ ਨਹੀਂ ਸੀ। ਹੁਣ ਗੁਰੂ ਜੀ ਨੂੰ ਕਹਿ ਕੇ ਇਹ ਗੱਲ ਮੁਕਰਰ ਕੀਤੀ ਹੈ। ਇਸਤਰੀਆਂ ਹਜ਼ੂਰ ਦੇ ਪਾਸ ਨਹੀਂ ਪਹੁੰਚਦੀਆਂ, ਬਾਹਰ ਹੀ ਰੁਕੀਆਂ ਰਹਿੰਦੀਆਂ ਹਨ। ਸਾਰੀਆਂ ਹੀ ਵੇਖਣ ਤੋਂ ਬਗੈਰ ਨਮਸਕਾਰ ਕਰਦੀਆਂ ਹਨ। ਤੁਹਾਨੂੰ ਰਾਣੀਆਂ ਨੂੰ ਇਸ ਤਰ੍ਹਾਂ ਕਿਹਾ ਹੈ, ਪਹਿਲਾਂ ਸਾਰਿਆਂ ਨੂੰ ਸਫੇਦ ਕੱਪੜੇ ਪਹਿਨਾਓ, ਫਿਰ ਆ ਕੇ ਇੱਥੇ ਦਰਸ਼ਨ ਕਰਨ। ਇਹ ਸੁਣ ਕੇ ਰਾਜੇ ਨੇ ਗੱਲ ਮੰਨ ਲਈ ਅਤੇ ਮਨ ਵਿੱਚ ਬਹੁਤ ਪ੍ਰਸੰਨ ਹੋਇਆ। ਸਾਰਿਆਂ ਨੇ ਲੰਗਰ ਵਿੱਚ ਭੋਜਨ ਛਕਿਆ। ਫਿਰ ਰਾਜਾ ਰਾਣੀਆਂ ਨੂੰ ਲੈ ਕੇ ਰਣਵਾਸ ਵਿੱਚ ਚਲੇ ਗਿਆ। ਸਾਰਿਆਂ ਨੇ ਸਰੀਰ 'ਤੇ ਸਫੇਦ ਕੱਪੜੇ ਪਾ ਲਏ ਅਤੇ ਕਿਸੇ ਨੇ ਵੀ ਕੱਪੜੇ ਨਾਲ ਮੂੰਹ ਨਾ ਢਕਿਆ। ਸਤਿਗੁਰੂ ਜੀ ਉੱਚੇ ਚੁਬਾਰੇ ਵਿੱਚ ਕਿੱਲੀ ਨੂੰ ਫੜ ਕੇ ਖੜੇ ਸਨ। ਚੁਬਾਰੇ ਵਿੱਚ ਇੱਕ ਬਾਰੀ ਸੀ ਜਿਹੜੀ ਕਿ ਉਸ ਕਿੱਲੀ ਦੇ ਨਾਲ ਹੀ ਸੀ। ਉਸ ਬਾਰੀ ਵਿੱਚ ਖੜੇ ਹੋ ਕੇ ਗੁਰੂ ਜੀ ਦਰਸ਼ਨ ਦਿਆ ਕਰਦੇ ਸਨ ਅਤੇ ਜਿਨ੍ਹਾਂ ਨੂੰ ਦਰਸ਼ਨਾਂ ਦੀ ਪਿਆਸ ਹੁੰਦੀ ਸੀ ਉਹ ਦਰਸ਼ਨ ਕਰਿਆ ਕਰਦੇ ਸਨ। ਉਸ ਬਾਰੀ ਦੇ ਥੱਲੇ ਖਲੋ ਕੇ ਸੁਜਾਨ ਪੁਰਸ਼ ਗੁਰੂ ਜੀ ਦੇ ਸਰੂਪ ਨੂੰ ਵੇਖਦੇ ਸਨ। ਦਰਸ਼ਨ ਕਰ ਕਰ ਤੁਰੇ ਜਾਂਦੇ ਸਨ। ਫਿਰ ਦੂਸਰੇ ਉਸ ਥਾਂ ਆ ਕੇ ਵੇਖਦੇ ਸਨ। ਦੇਸ਼ੀ ਵਿਦੇਸ਼ੀ, ਵੱਡੇ ਨਿੱਕੇ, ਸਾਰੀ ਸੰਗਤ ਇਸ ਰੀਤੀ ਅਨੁਸਾਰ ਹੀ ਆ ਕੇ ਦਰਸ਼ਨ ਕਰਦੀ ਸੀ। ਨਜ਼ਰਾਨੇ ਉਹ ਕਬੂਲ ਨਹੀਂ ਸੀ ਕਰਦੇ, ਕੇਵਲ ਇੱਕ ਦਿਨ ਦੇ ਖਾਣ ਜੋਗਾ ਲੈਂਦੇ ਸਨ। ਗੁਰੂ ਜੀ ਨੇ ਇਹ ਮਰਿਆਦਾ ਕਾਇਮ ਕੀਤੀ ਸੀ, ਜਿਹੜੇ ਸਿੱਖ ਗੁਰੂ ਜੀ ਦੇ ਪਾਸ ਰਹਿੰਦੇ ਸਨ ਉਹ ਇਸ ਵਿਧੀ ਨੂੰ ਜਾਣਦੇ ਸਨ, ਉਸ ਤਰ੍ਹਾਂ ਹੀ ਕਰਦੇ ਸਨ, ਹੋਰ ਕਿਸੇ ਤਰ੍ਹਾਂ ਦਾ ਵਰਤਾਰਾ ਨਹੀਂ ਕਰਦੇ ਸਨ। ਫਿਰ ਰਾਜਾ ਵੀ ਉਸ ਥਾਂ ਆ ਗਿਆ। ਸਾਹਮਣੇ ਖੜਾ ਹੋ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਹੱਥ ਜੋੜ ਕੇ ਵੰਦਨਾ ਕੀਤੀ। ਫਿਰ ਬੇਨਤੀ ਕਰਕੇ ਉੱਤਮ ਅਤੇ ਕਾਫੀ ਮਾਤਰਾ ਵਿੱਚ ਨਜ਼ਰਾਨੇ ਗੁਰੂ ਜੀ ਨੂੰ ਅਰਪਣ ਕਰਨ ਲੱਗਾ। ਸਿੱਖਾਂ ਨੇ ਉਸ ਨੂੰ ਚੰਗੀ ਤਰ੍ਹਾਂ ਸਮਝਾਇਆ। ਫਿਰ ਉਹ ਨਮਸਕਾਰ ਕਰਕੇ ਅੱਗੇ ਚੱਲ ਪਿਆ। ਫਿਰ ਵਜ਼ੀਰਾਂ ਅਤੇ ਸੈਨਾ ਦੇ ਮਹਾਨ ਲੋਕਾਂ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ। ਫਿਰ ਪਟਰਾਣੀ ਨੇ ਹੋਰ ਇਸਤਰੀਆਂ ਸਮੇਤ ਸਫੇਦ ਕੱਪੜਿਆਂ ਵਿੱਚ ਵੰਦਨਾ ਕੀਤੀ। ਦੋਵੇਂ ਹੱਥ ਜੋੜ ਕੇ ਪ੍ਰਣਾਮ ਕਰ ਕਰਕੇ ਆਉਂਦੀਆਂ ਜਾਂਦੀਆਂ ਸਨ। ਇੱਕ ਰਾਣੀ ਜਦ ਸਾਹਮਣੇ ਆਈ ਤਾਂ ਕੱਪੜੇ ਨਾਲ ਝੱਟ ਉਸਨੇ ਆਪਣਾ ਮੂੰਹ ਛੁਪਾ ਲਿਆ। ਉਹ ਨਵੀਂ ਸੀ, ਇਸ ਲਈ ਉਹ ਸ਼ਰਮਾ ਗਈ ਅਤੇ ਮੂਰਖ ਗੁਰੂ ਜੀ ਦੇ ਬਚਨਾਂ ਨੂੰ ਭੁੱਲ ਗਈ। ਉਸ ਵੱਲ ਵੇਖ ਕੇ ਸਤਿਗੁਰੂ ਜੀ ਸਹਿ ਸੁਭਾਅ ਬੋਲੇ, ਇਹ ਕਮਲੀ ਕਿਸ ਕਾਰਨ ਆਈ ਹੈ? ਜੇ ਸਾਡੇ ਦਰਸ਼ਨ ਇਸ ਨੂੰ ਚੰਗੇ ਨਹੀਂ ਲੱਗੇ ਹਨ। ਫੌਰਨ ਸੁੱਧ ਬੁੱਧ ਗਵਾ ਬੈਠੀ, ਕੱਪੜੇ ਲਾਹ ਕੇ ਵਗਾ ਕੇ ਮਾਰੇ ਅਤੇ ਅਚਾਨਕ ਭੱਜ ਕੇ ਬਾਹਰ ਨੂੰ ਚਲੇ ਗਈ। ਲੋਕ ਇਕੱਠੇ ਹੋ ਕੇ ਘੇਰਨ ਲੱਗੇ। ਜਦ ਰਾਜੇ ਨੇ ਗੁਰੂ ਜੀ ਦੇ ਬਚਨਾਂ ਦਾ ਬਿਰਤਾਂਤ ਸੁਣਿਆ ਤਾਂ ਉਹ ਡਰ ਕੇ ਦਿਲ ਵਿੱਚ ਬਹੁਤ ਹੈਰਾਨ ਹੋਇਆ। ਅਜਿਹੇ ਸਫਲੇ ਬਚਨਾਂ ਨੂੰ ਸੁਣ ਕੇ ਬੜੀ ਸ਼ਰਧਾ ਵਧੀ।
ਗੁਰੂ ਜੀ ਦੇ ਬਚਨ ਅਜਿਹੇ ਨਿਸ਼ਾਨੇ ਤੇ ਪਏ ਜਿਵੇਂ ਸ਼੍ਰੀ ਰਾਮਚੰਦਰ ਜੀ ਦੇ ਬਾਣ ਤੋਂ ਨਿਕਲੇ ਤੀਰ ਖਾਲੀ ਨਹੀਂ ਸੀ ਜਾਂਦੇ। ਰਾਜਾ ਕਈ ਦਿਨ ਉੱਥੇ ਠਹਿਰਿਆ। ਰੋਜ਼ ਦਰਸ਼ਨ ਕਰਕੇ ਬੜੇ ਪ੍ਰੇਮ ਨਾਲ ਬੰਦਨਾ ਕਰਦਾ ਸੀ। ਕਮਲੀ ਰਾਣੀ ਦਾ ਕਿਤੇ ਪਤਾ ਨਹੀਂ ਲੱਗਾ। ਉਹ ਛੇਤੀ ਨਾਲ ਜੰਗਲ ਨੂੰ ਚਲੀ ਗਈ ਸੀ। ਸਾਰੇ ਅਮੀਰਾਂ ਵਜ਼ੀਰਾਂ ਸਹਿਤ ਗੁਰੂ ਜੀ ਦੇ ਲੰਗਰ ਵਿੱਚ ਭੋਜਨ ਛਕਦਾ ਰਿਹਾ। ਅਵੱਗਿਆ ਤੋਂ ਹਮੇਸ਼ਾ ਹੀ ਡਰਦਾ ਸੀ ਕਿ ਕੋਈ ਗਲਤੀ ਨਾ ਹੋ ਜਾਵੇ। ਮਨ ਵਿੱਚ ਹਮੇਸ਼ਾ ਬੜਾ ਨਿਮਰ ਰਹਿੰਦਾ ਸੀ। ਕਈ ਦਿਨ ਠਹਿਰ ਕੇ ਵਿਦਾ ਹੋਣ ਲੱਗਾ। ਫਿਰ ਸਤਿਗੁਰੂ ਜੀ ਨੇ ਉਸ ਨੂੰ ਆਗਿਆ ਕੀਤੀ, ਸਾਵਨ ਮੱਲ ਤੁਹਾਡਾ ਗੁਰੂ ਹੈ, ਇਸ ਨੂੰ ਸਦਾ ਹੀ ਹਿੱਤ ਕਰਕੇ ਮੰਨੋ। ਤੁਹਾਡਾ ਪੁੱਤਰ ਜਿਉਂਦਾ ਕੀਤਾ ਅਤੇ ਤੁਹਾਡੀਆਂ ਕਈ ਹੋਰ ਕਾਮਨਾਵਾਂ ਇਹ ਪਹਿਲਾਂ ਹੀ ਪੂਰੀਆਂ ਕਰ ਚੁੱਕਾ ਹੈ। ਹੁਣ ਵੀ ਸਾਰਿਆਂ ਨੂੰ ਮੂੰਹ ਮੰਗੀ ਮੁਰਾਦ ਦੇਵੇਗਾ। ਇਸ 'ਤੇ ਸ਼ਰਧਾ ਧਾਰਨ ਨਾਲ ਸਾਰੇ ਕਸ਼ਟ ਦੂਰ ਹੋਣਗੇ। ਤੁਹਾਡੇ ਸਾਰੇ ਦੇਸ਼ ਦਾ ਇਹ ਗੁਰੂ ਹੈ। ਪਹਿਲਾਂ ਵਾਂਗ ਹੀ ਪ੍ਰੇਮ ਕਰਕੇ ਇਸ ਦੀ ਸੇਵਾ ਕਰੋ। ਰਾਜੇ ਨੇ ਹੱਥ ਜੋੜ ਕੇ ਇਹ ਗੱਲ ਮੰਨ ਲਈ ਅਤੇ ਕਿਹਾ, ਅਸੀਂ ਸਦਾ ਹੀ ਉਸ ਦੀ ਆਗਿਆ ਅਨੁਸਾਰ ਹਾਂ। ਇਹ ਕਹਿ ਕੇ ਰਾਜੇ ਨੂੰ ਵਿਦਾ ਕੀਤਾ ਤੇ ਰਾਜਾ ਆਪਣੇ ਦੇਸ਼ ਹਰੀਪੁਰ ਨੂੰ ਚਲਾ ਗਿਆ। ਇੱਕ ਸੇਵਕ ਸਦਾ ਲੰਗਰ ਵਾਸਤੇ ਜੰਗਲ ਵਿੱਚ ਜਾ ਕੇ ਲੱਕੜਾਂ ਦੀ ਪੰਡ ਲਿਆਉਂਦਾ ਸੀ। ਉਸ ਦੀ ਕੇਵਲ ਸਤਿਗੁਰੂ ਜੀ ਦੇ ਚਰਨ ਕਮਲਾਂ ਨਾਲ ਹੀ ਪ੍ਰੀਤ ਸੀ। ਹੋਰ ਉਹ ਕਿਸੇ ਨੂੰ ਵੀ ਪ੍ਰੇਮ ਨਹੀਂ ਸੀ ਕਰਦਾ। ਕਿਰਿਆ ਕਰਮ, ਵਿਵਹਾਰ, ਆਚਰਣ ਅਤੇ ਯੁਕਤੀ ਆਦਿ ਕੁਝ ਨਹੀਂ ਜਾਣਦਾ ਸੀ। ਪੜ੍ਹਨ, ਸੁਣਨ, ਬੋਲਣ, ਮਿਲਣ, ਦੇਣ ਲੈਣ ਕੁਝ ਨਹੀਂ ਜਾਣਦਾ ਸੀ। ਭਾਵ ਬਿਲਕੁਲ ਸਿੱਧਾ ਸਾਦਾ ਸੀ। ਜਾਪ ਮੰਤਰ ਕੁਝ ਵੀ ਜਪਣਾ ਨਹੀਂ ਸੀ ਜਾਣਦਾ। ਸੇਵਾ ਕਰਨ ਵਿੱਚ ਹੀ ਉਸਨੇ ਪ੍ਰੇਮ ਧਾਰਨ ਕੀਤਾ ਹੋਇਆ ਸੀ। ਹਰ ਵੇਲੇ ਮੁਖ ਤੋਂ ਸੱਚਣ ਸੱਚ ਬੋਲਦਾ ਰਹਿੰਦਾ ਸੀ। ਦੂਸਰੀ ਕੋਈ ਗੱਲ ਕੰਨ ਵਿੱਚ ਧਰਦਾ ਨਹੀਂ ਸੀ। ਉੱਠਦਾ ਬੈਠਦਾ, ਆਉਂਦਾ ਜਾਂਦਾ, ਜੰਗਲ ਵਿੱਚ, ਨਗਰ ਵਿੱਚ, ਸਭ ਥਾਈਂ ਸੱਚਣ ਸੱਚ ਬਚਨ ਦਾ ਹੀ ਉਚਾਰਨ ਕਰਦਾ ਸੀ ਅਤੇ ਮਨ ਵਿੱਚ ਹਰ ਵੇਲੇ ਸਤਿਗੁਰੂ ਜੀ ਦਾ ਧਿਆਨ ਰੱਖਦਾ ਸੀ। ਸਾਰੀ ਸਿੱਖ ਸੰਗਤ ਨੇ ਉਸ ਦੇ ਇਸ ਬਾਰ-ਬਾਰ ਕਹੇ ਸੱਚਣ ਸੱਚ ਸ਼ਬਦ ਸੁਣ ਕੇ ਉਸ ਦਾ ਨਾਂ ਹੀ ਸੱਚਣ ਸੱਚ ਰੱਖ ਦਿੱਤਾ। ਉਸ ਉੱਤੇ ਬੜੇ ਪਿਆਰ ਨਾਲ ਬਹੁਤ ਦਇਆ ਕਰਦੇ ਸਨ ਅਤੇ ਹਿਰਦੇ ਵਿੱਚ ਪ੍ਰਸੰਨ ਹੋ ਕੇ ਬਹੁਤ ਹੱਸਦੇ ਸਨ ਅਤੇ ਕਹਿੰਦੇ ਸਨ, ਆਵੋ ਸੱਚਣ ਸੱਚ। ਬਾਅਦ ਵਿੱਚ ਉਸ ਦੀ ਸੇਵਾ ਵੇਖ ਕੇ ਬਹੁਤ ਸ਼ਲਾਘਾ ਕਰਦੇ ਸਨ। ਆਗਿਆ ਮੰਨ ਕੇ ਲੱਕੜਾਂ ਲਿਆਉਂਦਾ ਸੀ। ਜੋ ਵੀ ਸਿੱਖ ਕਹਿੰਦੇ ਸਨ ਆਗਿਆ ਨਹੀਂ ਮੋੜਦਾ ਸੀ। ਇਸ ਤਰ੍ਹਾਂ ਸੰਗਤ ਦੀ ਨਿੱਤ ਉਸ ਉੱਤੇ ਖੁਸ਼ੀ ਹੁੰਦੀ ਸੀ ਅਤੇ ਸਤਿਗੁਰੂ ਜੀ ਨੇ ਵੀ ਦਿਲ ਵਿੱਚ ਬੜੀ ਕਿਰਪਾ ਧਾਰੀ ਸੀ। ਜਿਸ ਉੱਤੇ ਬਹੁਤੇ ਸਿੱਖ ਪ੍ਰਸੰਨ ਰਹਿਣ ਉਸ ਉੱਤੇ ਗੁਰੂ ਜੀ ਵੀ ਪ੍ਰਸੰਨ ਰਹਿੰਦੇ ਹਨ। ਜਿਸ ਉੱਤੇ ਗੁਰੂ ਜੀ ਦੀ ਕਿਰਪਾ ਹੁੰਦੀ ਹੈ ਉਸ 'ਤੇ ਸਮਝੋ ਤਿੰਨਾਂ ਲੋਕਾਂ ਦੇ ਮਾਲਕ ਪ੍ਰਭੂ ਜੀ ਦਿਆਲ ਹੁੰਦੇ ਹਨ। ਪ੍ਰਭੂ ਜਿਸ 'ਤੇ ਦਿਆਲ ਹੁੰਦੇ ਹਨ ਉਸ ਉੱਤੇ ਸਾਰੀ ਕਾਇਨਾਤ ਦੇ ਚੇਤਨ ਅਤੇ ਜੜ ਸਮੂਹ ਵੀ ਕਿਰਪਾ ਕਰਦੇ ਹਨ। ਸੱਚਣ ਸੱਚ ਆਪਣੇ ਉੱਤੇ ਕੰਬਲ ਲੈਂਦਾ ਸੀ, ਜਿਸ ਕਰਕੇ ਉਸ ਨੂੰ ਭੂਰੀ ਵਾਲਾ ਕਹਿੰਦੇ ਸਨ। ਉਹ ਸਦਾ ਹੀ ਲੰਗਰ ਦੀ ਸੇਵਾ ਕਰਦਾ ਸੀ ਅਤੇ ਲੰਗਰ ਵਾਸਤੇ ਬਾਲਣ ਲਿਆਉਣ ਦਾ ਕੰਮ ਕਰਦਾ ਸੀ। ਇਸ ਲਈ ਉਹ ਸਦਾ ਜੰਗਲ ਵਿੱਚ ਜਾਂਦਾ ਸੀ। ਇੱਕ ਦਿਨ ਉਹ ਬਾਲਣ ਦੀ ਪੰਡ ਬੰਨ੍ਹਣ ਵਾਸਤੇ ਜੰਗਲ ਵਿੱਚ ਗਿਆ। ਉਸ ਨੂੰ ਵੇਖ ਕੇ ਹਰੀਪੁਰ ਰਾਜੇ ਦੀ ਪਾਗਲ ਇਸਤਰੀ ਬੜਾ ਭਿਆਨਕ ਰੂਪ ਬਣਾ ਕੇ ਉਸ ਵੱਲ ਦੌੜੀ ਆਈ। ਉਸ ਰਾਣੀ ਦੇ ਸਿਰ ਦੇ ਵਾਲ ਚਾਰੇ ਪਾਸੇ ਖਿਲਰੇ ਹੋਏ ਸਨ ਅਤੇ ਸਰੀਰ ਦੇ ਸਾਰੇ ਅੰਗ ਨੰਗੇ ਸਨ। ਅਜਿਹੀ ਡਰਾਉਣੀ ਸ਼ਕਲ ਬਣਾ ਕੇ ਨਿਤ ਜੰਗਲ ਵਿੱਚ ਫਿਰਦੀ ਸੀ। ਸੱਚਣ ਸੱਚ ਨੂੰ ਵੇਖ ਕੇ ਉਸ ਨੂੰ ਆ ਫੜਿਆ, ਗਲ ਨਾਲ ਲਿਪਟ ਗਈ। ਉਸ ਦੇ ਮੁਖ ਨੂੰ ਦੰਦਾਂ ਨਾਲ ਕੱਟਦੀ ਸੀ ਅਤੇ ਨੋਹਾਂ ਨਾਲ ਉਸ ਦੇ ਸਾਰੇ ਸਰੀਰ ਨੂੰ ਜ਼ਖਮੀ ਕਰ ਰਹੀ ਸੀ। ਉਹ ਛੁਟਕਾਰਾ ਚਾਹੁੰਦਾ ਸੀ, ਆਪਣਾ ਬਹੁਤ ਜ਼ੋਰ ਲਾਇਆ, ਪਰ ਜਦ ਉਸਨੇ ਫਿਰ ਨਾ ਛੱਡਿਆ ਤਾਂ ਸੱਚਣ ਸੱਚ ਬਹੁਤ ਡਰ ਗਿਆ। ਸੱਚਣ ਸੱਚ ਜ਼ਖਮੀ ਹੋ ਗਿਆ। ਖੂਨ ਬਹੁਤ ਸਿੰਮਿਆ। ਉਸ ਪਾਸੋਂ ਛੁੱਟਣ ਲਈ ਬਹੁਤ ਯਤਨ ਕਰ ਰਿਹਾ ਸੀ। ਮਸਾਂ ਉਸ ਨੂੰ ਪਰਾਂ ਕੀਤਾ ਜਦ ਆਪਣਾ ਬਹੁਤ ਜ਼ੋਰ ਲਾਇਆ। ਫਿਰ ਇੱਕ ਵੱਡੀ ਲੱਕੜੀ ਹੱਥ ਵਿੱਚ ਫੜੀ ਤੇ ਇੱਕ ਦੋ ਮਾਰ ਕੇ ਉਸ ਨੂੰ ਡਰਾਇਆ। ਫਿਰ ਛੱਡ ਕੇ ਉਹ ਜੰਗਲ ਵੱਲ ਚਲੀ ਗਈ। ਬਹੁਤ ਜ਼ਿਆਦਾ ਪਾਗਲ ਸੀ ਤੇ ਕਿਸੇ ਪ੍ਰਕਾਰ ਦੀ ਵੀ ਸੋਝੀ ਨਹੀਂ ਸੀ। ਸੱਚਣ ਸੱਚ ਨੇ ਡਰਦੇ ਡਰਦੇ ਕੁਝ ਬਾਲਣ ਇਕੱਠਾ ਕੀਤਾ ਤੇ ਤੁਰੰਤ ਪੰਡ ਬੰਨ੍ਹ ਕੇ ਸਿਰ ਤੇ ਰੱਖ ਕੇ ਨਗਰ ਵੱਲ ਚਲਾ ਗਿਆ। ਅੱਗੇ ਵੱਲ ਤੁਰਿਆ ਜਾਂਦਾ ਸੀ, ਪਰ ਇੰਨਾ ਡਰਿਆ ਹੋਇਆ ਸੀ
ਕਿ ਬਾਰ-ਬਾਰ ਪਿੱਛੇ ਵੇਖਦਾ ਸੀ ਕਿ ਫਿਰ ਨਾ ਆ ਜਾਵੇ। ਗੋਇੰਦਵਾਲ ਆ ਕੇ ਪਹੁੰਚ ਗਿਆ। ਖੂਨ ਸਿਮ ਰਿਹਾ ਸੀ ਤੇ ਬਾਲਣ ਬਹੁਤ ਥੋੜਾ ਸੀ। ਸਾਰੇ ਲੋਕਾਂ ਨੇ ਵੇਖ ਕੇ ਪੁੱਛਿਆ, ਤੇਰੀ ਇਹ ਹਾਲਤ ਕਿਸਨੇ ਬਣਾ ਦਿੱਤੀ ਹੈ? ਕਿੱਥੇ ਗਿਆ ਸੀ? ਸ਼੍ਰੀ ਸਤਿਗੁਰੂ ਜੀ ਨੇ ਉਸ ਨੂੰ ਆਪਣੇ ਪਾਸ ਬੁਲਾਇਆ ਤੇ ਪੁੱਛਿਆ, ਇਹ ਕੁਝ ਕਿੱਥੇ ਹੋਇਆ ਹੈ? ਕਿਸੇ ਨੇ ਤੇਰੇ ਸਰੀਰ ਤੇ ਜ਼ਖਮ ਕੀਤੇ ਹਨ? ਕਿਸ ਨੇ ਤੈਨੂੰ ਮਾਰਿਆ ਹੈ? ਲਹੂ ਸਿਮ ਰਿਹਾ ਹੈ ਅਤੇ ਦਿਲ ਵਿੱਚ ਤੂੰ ਭੈਭੀਤ ਹੈ। ਤੇਰੇ ਨਾਲ ਕੌਣ ਲੜਿਆ ਹੈ? ਕਿਸ ਨੇ ਇਹ ਰੁਕਾਵਟ ਪਾਈ ਹੈ ਅਤੇ ਜੰਗਲ ਵਿੱਚੋਂ ਥੋੜ੍ਹੀਆਂ ਲੱਕੜਾਂ ਕਿਉਂ ਲੈ ਕੇ ਆਇਆ ਹੈ? ਬਾਹਰ ਗਏ ਨੂੰ ਤੈਨੂੰ ਇੰਨੀ ਦੇਰ ਕਿਉਂ ਲੱਗੀ ਹੈ? ਆਪਣਾ ਸਾਰਾ ਬ੍ਰਿਤਾਂਤ ਸਾਨੂੰ ਸੁਣਾਓ। ਸਤਿਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਕਿਹਾ, ਜੰਗਲ ਵਿੱਚ ਇੱਕ ਬਲਾ ਰਹਿੰਦੀ ਹੈ। ਉਸਦੇ ਵਾਲ ਖਿਲ ਰਹੇ ਹਨ, ਸਾਰੇ ਅੰਗ ਨੰਗੇ ਹਨ। ਮੈਨੂੰ ਵੇਖ ਕੇ ਝੱਟ ਆ ਗਈ, ਆ ਕੇ ਮੇਰੇ ਗਲ ਨਾਲ ਚੰਬੜ ਗਈ ਅਤੇ ਦੰਦਾਂ ਅਤੇ ਨੋਹਾਂ ਨਾਲ ਮੈਨੂੰ ਕੱਟਿਆ। ਮਸਾਂ ਮੈਂ ਆਪਣੇ ਆਪ ਨੂੰ ਬਚਾਇਆ ਹੈ। ਮੇਰਾ ਹੁਣ ਉਸ ਪਾਸੇ ਜਾਣਾ ਬਣਦਾ ਨਹੀਂ ਹੈ। ਉਹ ਭੱਜ ਕੇ ਮੈਨੂੰ ਫੜ ਲਵੇਗੀ ਅਤੇ ਮੇਰੇ ਪ੍ਰਾਣ ਕੱਢ ਲਵੇਗੀ। ਉਸਨੇ ਮੈਨੂੰ ਬਾਲਣ ਨਹੀਂ ਲੈਣ ਦਿੱਤਾ, ਕਿਉਂਕਿ ਉਸ ਨੂੰ ਵੇਖ ਕੇ ਹਿਰਦੇ ਵਿੱਚ ਬੜਾ ਡਰ ਪੈਦਾ ਹੁੰਦਾ ਸੀ। ਚੰਗੇ ਭਾਗ ਕਰਕੇ ਛੁਟਕਾਰਾ ਹੋ ਗਿਆ ਹੈ, ਨਹੀਂ ਤਾਂ ਉਸ ਥਾਂ ਹੀ ਮਾਰ ਦਿੰਦੀ। ਮੈਂ ਬਹੁਤ ਪੁਕਾਰ ਕੀਤੀ, ਪਰ ਕੋਈ ਵੀ ਮਨੁੱਖ ਨੇੜੇ ਨਹੀਂ ਸੀ ਜਿਹੜਾ ਆ ਕੇ ਜ਼ੋਰ ਲਾ ਕੇ ਮੈਨੂੰ ਛੁਡਾ ਲੈਂਦਾ। ਮੈਂ ਕਿਸੇ ਹੋਰ ਪਾਸੇ ਬਾਲਣ ਲੈਣ ਵਾਸਤੇ ਜਾਵਾਂਗਾ। ਇੱਧਰ ਅੱਜ ਜੋ ਮੇਰੇ ਨਾਲ ਹੋਈ ਸੋ ਹੋਈ। ਇਹ ਸੁਣ ਕੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਕਿਹਾ, ਡਰਨ ਦੀ ਕੋਈ ਲੋੜ ਨਹੀਂ। ਉਹ ਕੋਈ ਬਲਾ ਨਹੀਂ ਹੈ। ਉਹ ਹਰੀਪੁਰ ਦੇ ਰਾਜੇ ਦੀ ਰਾਣੀ ਹੈ। ਉਹ ਪਾਗਲ ਹੋ ਗਈ ਹੈ ਤੇ ਉਸ ਨੂੰ ਕੋਈ ਸੋਝੀ ਨਹੀਂ ਹੈ। ਜਾ ਕੱਲ ਨੂੰ ਮੇਰੀ ਇੱਕ ਖੜਾਮ ਲੈ ਜਾ। ਜਦ ਤੇਰੇ ਵੱਲ ਦੌੜ ਕੇ ਆਵੇ, ਖੜਾਮ ਨੂੰ ਉਹਦੇ ਸਿਰ ਵਿੱਚ ਮਾਰੋ। ਉਸੇ ਵੇਲੇ ਰਾਜ਼ੀ ਹੋ ਜਾਏਗੀ, ਫਿਰ ਉਸ ਨੂੰ ਆਪਣੇ ਨਾਲ ਲਿਆਉਣਾ। ਇਹ ਸੁਣ ਕੇ ਸਾਰੀ ਸੰਗਤ ਬਹੁਤ ਹੈਰਾਨ ਹੋਈ ਤੇ ਸੱਚਣ ਸੱਚ ਨੂੰ ਕਹਿਣ ਲੱਗੀ, ਹੁਣ ਨਾ ਡਰੋ, ਉਸ ਪਾਸੇ ਜਾਓ। ਰਾਤ ਬਤੀਤ ਕਰਕੇ ਉਸ ਥਾਂ ਗਿਆ। ਸੱਚਣ ਸੱਚ ਨੂੰ ਦੂਰੋਂ ਹੀ ਵੇਖ ਕੇ ਚੀਕਾਂ ਮਾਰਨ ਲੱਗ ਗਈ। ਅਜਿਹੀ ਡਰਾਉਣੀ ਸ਼ਕਲ ਸੀ ਕਿ ਵੇਖੀ ਨਹੀਂ ਸੀ ਜਾ ਸਕਦੀ। ਉੱਚੀਆਂ ਛਾਲਾਂ ਮਾਰਦੀ ਉਸੇ ਵੇਲੇ ਦੌੜ ਕੇ ਸੱਚਣ ਸੱਚ ਦੇ ਨੇੜੇ ਆ ਗਈ। ਜਦ ਹੱਥਾਂ ਨਾਲ ਝਪੱਟਾ ਮਾਰਨ ਵਾਸਤੇ ਉੱਚੀ ਦਿੱਤੀ ਉਛਲੀ ਤਾਂ ਸੱਚਣ ਸੱਚ ਨੇ ਉਸ ਦੇ ਸਿਰ ਵਿੱਚ ਖੜਾਮ ਮਾਰੀ। ਗੁਰੂ ਜੀ ਦੀ ਜੁੱਤੀ ਛੂੰਹਦਿਆਂ ਹੀ ਸੋਝੀ ਆ ਗਈ। ਆਪਣੇ ਸਰੀਰ ਨੂੰ ਸੰਭਾਲ ਕੇ ਬੈਠ ਗਈ। ਆਪਣੇ ਸਾਰੇ ਅੰਗਾਂ ਨੂੰ ਨੰਗਾ ਸਮਝ ਕੇ ਚਿੱਤ ਵਿੱਚ ਅਤ ਸ਼ਰਮਸਾਰ ਹੋ ਕੇ ਸੁੰਗੜ ਗਈ। ਉਹ ਵਾਰਤਾ ਯਾਦ ਕਰਨ ਲੱਗੀ ਜਦ ਗੁਰੂ ਜੀ ਨੇ ਕਮਲੀ ਸ਼ਬਦ ਦਾ ਉਚਾਰਨ ਕੀਤਾ ਸੀ। ਕਹਿਣ ਲੱਗੀ, ਹੇ ਗੁਰਸਿੱਖ, ਮੈਨੂੰ ਕੋਈ ਕੱਪੜਾ ਦਿਓ ਤਾਂ ਕਿ ਮੈਂ ਆਪਣੇ ਸਰੀਰ ਦੇ ਨੰਗੇਜ਼ ਨੂੰ ਢੱਕ ਲਵਾਂ। ਮੈਂ ਗੁਰੂ ਜੀ ਪਾਸ ਜਾ ਕੇ ਆਪਣਾ ਅਪਰਾਧ, ਜੋ ਮੈਂ ਗੁਰੂ ਜੀ ਦਾ ਹੁਕਮ ਨਾ ਮੰਨ ਕੇ ਕੀਤਾ ਸੀ, ਬਖਸ਼ਾ ਲਵਾਂਗੀ। ਮੈਂ ਬਹੁਤ ਦੁੱਖ ਪਾਇਆ ਹੈ। ਹੁਣ ਮੈਨੂੰ ਸਰੀਰ ਦੀ ਸੋਝੀ ਹੋਈ ਹੈ। ਗੁਰੂ ਜੀ ਦੇ ਦਰਸ਼ਨ ਕਰਨ ਨਾਲ ਸਾਰੇ ਦੋਸ਼ ਦੂਰ ਹੋ ਜਾਣਗੇ। ਹੁਣ ਤੂੰ ਮੈਨੂੰ ਨਗਰ ਵਿੱਚ ਲੈ ਚੱਲ। ਇਹ ਸੁਣ ਕੇ ਸੱਚਣ ਸੱਚ ਨੇ ਆਪਣੀ ਕੰਬਲੀ ਉਸ ਨੂੰ ਦੇ ਦਿੱਤੀ, ਜਿਸ ਨੂੰ ਉੱਪਰ ਲੈ ਕੇ ਉਸਨੇ ਆਪਣੇ ਸਰੀਰ ਨੂੰ ਢੱਕ ਲਿਆ। ਦੋਵੇਂ ਵੱਡੇ ਭਾਗਾਂ ਵਾਲੇ ਭਾਵ ਸੱਚਣ ਸੱਚ ਤੇ ਰਾਣੀ ਨਗਰ ਵਿੱਚ ਪਹੁੰਚ ਕੇ ਸਤਿਗੁਰੂ ਜੀ ਦੇ ਅੱਗੇ ਜਾ ਖਲੋਤੇ। ਉਹਨਾਂ ਨੂੰ ਵੇਖ ਕੇ ਸਤਿਗੁਰੂ ਜੀ ਮੁਸਕਰਾਏ ਅਤੇ ਕਿਰਪਾ ਕਰਕੇ ਫਿਰ ਕਿਹਾ, ਸੁਣੋ, ਤੁਸੀਂ ਪਤੀ ਪਤਨੀ ਬਣ ਕੇ ਇੱਕ ਥਾਂ ਰਹੋ। ਤੇਰੀ ਘਾਲ ਕਮਾਈ ਹੁਣ ਸਫਲ ਹੋਈ ਹੈ। ਘਰ ਜਾ ਕੇ ਮੇਰਾ ਧਿਆਨ ਧਾਰਨ ਕਰੋ। ਮੇਰੇ ਪੈਰ ਦੀ ਦੂਸਰੀ ਖੜਾਮ ਵੀ ਲੈ ਲਓ। ਜੇ ਕਿਸੇ ਨੂੰ ਦੁੱਖ ਤਕਲੀਫ ਹੋਵੇ, ਇਸ ਨੂੰ ਛੂਹਣ ਦੇ ਨਾਲ ਹੀ ਸਭ ਰੋਗ ਦੂਰ ਹੋ ਜਾਣਗੇ ਅਤੇ ਉਸ ਦੇ ਸਰੀਰ ਵਿੱਚ ਫਿਰ ਕੋਈ ਵੀ ਦੁੱਖ ਨਹੀਂ ਰਹੇਗਾ। ਤੁਹਾਡੇ ਮੁਖ ਤੋਂ ਜਿਹੜਾ ਵੀ ਸ੍ਰੇਸ਼ਟ ਬਚਨ ਨਿਕਲੇਗਾ, ਉਸ ਨਾਲ ਸਭ ਸਰਾਪ ਦੂਰ ਹੋ ਜਾਣਗੇ। ਆਪਣੇ ਘਰ ਵਿੱਚ ਬੇਫਿਕਰ ਹੋ ਕੇ ਵਸੋ ਅਤੇ ਜਿੱਥੇ ਕਿੱਥੇ ਗੁਰਮੁਖ ਪੰਥ ਪ੍ਰਕਾਸ਼ ਕਰੋ। ਗੁਰੂ ਜੀ ਦੇ ਇਸ ਤਰ੍ਹਾਂ ਵਰ ਦੇਣ ਨਾਲ ਉਹਨਾਂ ਵਿੱਚ ਵੱਡੀ ਕਰਾਮਾਤ ਆ ਗਈ। ਇਸ ਤਰ੍ਹਾਂ ਸਤਿਗੁਰੂ ਸ਼੍ਰੀ ਅਮਰਦਾਸ ਜੀ ਨੇ ਵੱਡੀ ਬਖਸ਼ਿਸ਼ ਕੀਤੀ। ਸੱਚਣ ਸੱਚ ਵਰਗਾ ਸਧਾਰਨ ਵਿਅਕਤੀ ਜੋ ਕੁਝ ਵੀ ਨਹੀਂ ਸੀ, ਉਸ ਨੂੰ ਸੁਮੇਰ ਪਰਬਤ ਵਰਗਾ ਉੱਚਾ ਕਰ ਦਿੱਤਾ ਅਤੇ ਉਸ ਦੀ ਘਾਲ ਕਮਾਈ ਸਫਲ ਹੋਈ। ਸਤਿਗੁਰੂ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਵੇਖ ਕੇ ਇੱਕ ਬੂੰਦ ਨੂੰ ਵੱਡਾ ਸਾਗਰ ਬਣਾ ਦਿੱਤਾ। ਉਹਨਾਂ ਵਰਗਾ ਕੋਈ ਵੀ
ਗਰੀਬ ਨਿਵਾਸ ਨਹੀਂ ਹੈ। ਜਿਹੜੇ ਆਪ ਡੁੱਬ ਰਹੇ ਸਨ ਉਹਨਾਂ ਨੂੰ ਹੋਰਨਾਂ ਨੂੰ ਬਚਾਉਣ ਵਾਲਾ ਵੱਡਾ ਜਹਾਜ਼ ਬਣਾ ਦਿੱਤਾ। ਸੱਚਣ ਸੱਚ ਨੂੰ ਇਸਤਰੀ ਦੇ ਕੇ ਵਿਦਾ ਕੀਤਾ। ਮਨ ਦੇ ਸਾਰੇ ਦੁੱਖ ਦੂਰ ਕਰਕੇ ਉਹ ਬਹੁਤ ਪ੍ਰਸੰਨ ਹੋਇਆ। ਬਾਰ-ਬਾਰ ਗੁਰੂ ਜੀ ਦੇ ਚਰਨ ਕਮਲਾਂ ਤੇ ਮੱਥਾ ਟੇਕ ਕੇ ਬਹੁਤ ਸੁੱਖ ਪ੍ਰਾਪਤ ਕੀਤਾ। ਉੱਚੀ ਪਦਵੀ ਪ੍ਰਾਪਤ ਕਰਕੇ ਆਪਣੇ ਘਰ ਵੱਲ ਚੱਲ ਪਿਆ। ਆਪਣੇ ਘਰ ਬੈਠ ਕੇ ਸਿੱਖੀ ਦਾ ਪ੍ਰਕਾਸ਼ ਕੀਤਾ ਅਤੇ ਬਹੁਤ ਮਨੁੱਖਾਂ ਦੀਆਂ ਆਸਾਂ ਉਮੀਦਾਂ ਪੂਰੀਆਂ ਕੀਤੀਆਂ। ਜਦ ਕਿਸੇ ਰੋਗੀ ਦੇ ਪਾਸ ਜਾਂਦਾ ਸੀ ਤਾਂ ਖੜਾਮ ਦੇ ਛੂਹਣ ਨਾਲ ਸਾਰੇ ਰੋਗ ਦੂਰ ਹੋ ਜਾਂਦੇ ਸਨ। ਹਜ਼ਾਰਾਂ ਲੋਕ ਚੱਲ ਕੇ ਆਉਂਦੇ ਸਨ ਤੇ ਸਰਾਪੇ ਹੋਏ ਵੀ ਸਫਲ ਵਰ ਪ੍ਰਾਪਤ ਕਰਕੇ ਜਾਂਦੇ ਸਨ। ਸਾਰੇ ਦੇਸ਼ ਵਿੱਚ ਉਸ ਦੀ ਬਹੁਤ ਮਹਿਮਾ ਹੋਈ। ਸਾਰੇ ਲੋਕ ਪਰਮ ਭਾਵਨਾ ਨਾਲ ਪੂਜਦੇ ਸਨ। ਅਨੇਕਾਂ ਲੋਕਾਂ ਨੂੰ ਉਸਨੇ ਨਿਹਾਲ ਕੀਤਾ। ਉਹਨਾਂ ਦੇ ਕਸ਼ਟ ਦੂਰ ਕਰਕੇ ਵੱਡੀਆਂ ਖੁਸ਼ੀਆਂ ਬਖਸ਼ ਦਿੱਤੀਆਂ। ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸੇਖੋਂਪੁਰ ਪਿੰਡ ਹਾਲੇ ਤੱਕ ਪ੍ਰਸਿੱਧ ਹੈ। ਜਿਹੜੇ ਵੀ ਖੜਾਮ ਦੇ ਨਜ਼ਦੀਕ ਆਉਂਦੇ ਹਨ, ਖੜਾਮ ਦੇ ਲੱਗਦਿਆਂ ਹੀ ਉਹਨਾਂ ਦੇ ਅਨੇਕ ਰੋਗ ਦੂਰ ਹੋ ਜਾਂਦੇ ਹਨ। ਇਸ ਮਹਾਤਮ ਦਾ ਜਗਤ ਵਿੱਚ ਪ੍ਰਕਾਸ਼ ਹੋਇਆ ਹੈ। ਪਿਆਰੀ ਸਾਧ ਸੰਗਤ ਜੀ, ਆਪ ਵਿੱਚੋਂ ਜਿਸ ਨੇ ਵੀ ਸ੍ਰੀ ਗੁਰੂ ਅਮਰਦਾਸ ਜੀ ਦੀ ਪਵਿੱਤਰ ਖੜਾਮ ਦੇ ਦਰਸ਼ਨ ਕਰਨੇ ਹੋਣ, ਉਹ ਪਿੰਡ ਦੁਲਚੀ ਕੇ ਜੋ ਕਿ ਫਿਰੋਜ਼ਪੁਰ ਸ਼ਹਿਰ ਦੇ ਨੇੜੇ ਹੈ, ਉਸ ਥਾਂ ਜਾ ਕੇ ਆਪ ਜੀ ਦਰਸ਼ਨ ਕਰ ਸਕਦੇ ਹੋ ਅਤੇ ਆਪਣੇ ਰੋਗਾਂ ਨੂੰ ਦੂਰ ਕਰ ਸਕਦੇ ਹੋ। ਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ ਇਸ ਜੋੜੇ ਨੂੰ ਆਪਣੇ ਮਸਤਕ ਨਾਲ ਛੁਹਾਣ ਨਾਲ ਪਾਗਲਪਨ, ਹਲਕੇ ਕੁੱਤੇ ਦਾ ਕੱਟਿਆ, ਹਜ਼ੀਰਾਂ ਵਾਲਾ ਤੇ ਹਰ ਤਰ੍ਹਾਂ ਦੇ ਸਰੀਰਕ ਤੇ ਆਤਮਿਕ ਦੁੱਖ ਦੂਰ ਹੁੰਦੇ ਹਨ। ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਇਹ ਜੋੜਾ ਸਾਹਿਬ ਗੁਰਦੁਆਰਾ ਪਾਹਨ ਸਾਹਿਬ, ਪਿੰਡ ਦੁਲਚੀ ਕੇ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਮੌਜੂਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।